राइटर द अंडरलाइन वर्ड्स इज एन एडजेक्टिव और एन एडवर्ब। ये देखो ये की है, शी लुक्स वेरी एलिजेंट इन सूट, दिस इज एन एडजेक्टिव। न्यूज़पेपर हेडलाइंस, PM लीव्स फॉर टेक्सास, यानी कि PM टेक्सास ਲਈ रवाना होए। एक्सप्लेनेशन की हुई, द प्राइम मिनिस्टर हैज़ लेफ्ट फॉर टेक्सास, प्राइम मिनिस्टर टेक्सास ਲਈ रवाना होए। अगे है सुनामी हिट्स जापान, जापान सुनामी आई, तो एक्सप्लेन की होएगा। लास्ट नाइट सुनामी हिट जापान, देयर वाज ए ग्रेट लॉस ऑफ लाइफ एंड प्रॉपर्टी, पिछली रात ਨੂੰ सुनामी आई जापान ਵਿੱਚ, ਇਸ ਨਾਲ ਬਹੁਤ ਸਾਰੇ ਲਾਈਫ ਦਾ ਤੇ ਜ਼ਮੀਨ ਜਾਇਦਾਦ ਦਾ ਨੁਕਸਾਨ ਹੋਇਆ। ਲੈਟਰ ਰਾਈਟਿੰਗ ਬੇਟਾ ਤੁਸੀਂ ਲੈਟਰ ਕੀ ਹੈ, ਸਪੋਜ਼ ਯੂ ਆਰ ਅਰਨਵ, ਯੂਰ ਫਰੈਂਡ ਨਿਰੰਜਨ ਹੈਜ਼ ਮੈਟ ਵਿਦ ਐਨ ਐਕਸੀਡੈਂਟ, ਤੁਹਾਡੇ ਦੋਸਤ ਨਿਰੰਜਨ ਦਾ ਐਕਸੀਡੈਂਟ ਹੋ ਗਿਆ। ਰਾਈਟ ਲੈਟਰ ਟੂ ਯੂਰ ਫਰੈਂਡ ਟੂ ਇਨਕੁਆਇਰ ਵਾਟ ਇਜ਼ ਕੰਡੀਸ਼ਨ, ਆਪਣੇ ਉਸ ਦੋਸਤ ਨੂੰ ਨਿਰੰਜਨ ਨੂੰ ਲੈਟਰ ਲਿਖੋ, ਪੁੱਛੋ ਕਿ ਉਹਦੀ ਹਾਲਤ ਕਿਸ ਤਰ੍ਹਾਂ ਹੈ ਹੁਣ। ਤਾਂ ਲੈਟਰ ਤੁਸੀਂ ਦੇਖ ਸਕਦੇ ਹੋ, ਆਪਾਂ ਇਸ ਨੂੰ ਹੁਣ ਐਕਸਪਲੇਨ ਕਰਦੇ ਹਾਂ। ਸਭ ਤੋਂ ਪਹਿਲਾਂ ਤਾਂ ਆਪਾਂ ਉਸ ਦਾ ਆਪਣਾ ਐਡਰੈਸ ਲਿਖ ਲੈਣਾ। ਐਡਰੈਸ ਤੁਸੀਂ ਦੇਖ ਸਕਦੇ ਹੋ ਲਿਖਿਆ ਹੋਇਆ। ਤਾਂ ਉਸ ਤੋਂ ਬਾਅਦ ਦੇਖੋ, ਉਸ ਤੋਂ ਬਾਅਦ ਹੈ ਆਈ ਹੈਵ ਜਸਟ ਕੇਮ ਟੂ ਨੋ ਡੈਟ ਯੂ ਹੈਵ ਮੈਟ ਵਿਦ ਐਨ ਐਕਸੀਡੈਂਟ, ਮੈਨੂੰ ਹੁਣੇ ਪਤਾ ਲੱਗਿਆ ਕਿ ਤੁਹਾਡਾ ਐਕਸੀਡੈਂਟ ਹੋ ਗਿਆ ਹੈ। ਆਈ ਵਾਜ਼ ਸ਼ੌਕਡ ਟੂ ਹੀਅਰ ਅਬਾਊਟ ਯੂਅਰ ਐਕਸੀਡੈਂਟ ਐਂਡ ਕੇਮ ਟੂ ਨੋ ਡੈਟ ਯੂ ਹੈਵ ਫ੍ਰੈਕਚਰਡ ਯੂਅਰ ਐਂਕਲ, ਮੈਨੂੰ ਇਹ ਸੁਣ ਕੇ ਬਹੁਤ ਸ਼ੌਕਿੰਗ ਲੱਗਿਆ, ਇਸ ਨੂੰ ਸ਼ੌਕਡ ਹੋਇਆ, ਮੈਂ ਹੈਰਾਨ ਹੋਇਆ ਅਤੇ ਤੁਹਾਡਾ ਐਕਸੀਡੈਂਟ ਬਾਰੇ ਸੁਣ ਕੇ, ਅਤੇ ਪਤਾ ਲੱਗਿਆ ਕਿ ਤੁਹਾਡਾ ਐਂਕਲ ਯਾਨੀ ਕਿ ਜਿਹੜਾ ਗਿੱਟਾ ਹੁੰਦਾ ਉਸ 'ਤੇ ਫ੍ਰੈਕਚਰ ਹੋ ਗਿਆ ਹੈ। ਦਾ ਫ੍ਰੈਕਚਰ ਇਨ ਦਾ ਐਂਕਲ ਜਨਰਲੀ, ਜਿਹੜਾ ਗਿੱਟੇ 'ਤੇ ਫ੍ਰੈਕਚਰ ਹੁੰਦਾ ਹੈ ਉਹ ਜਨਰਲੀ ਕੀ ਹੁੰਦਾ, ਟੇਕਸ 6 ਵੀਕਸ ਟੂ ਹੀਲ, ਇਸ ਨੂੰ ਠੀਕ ਹੋਣ 'ਤੇ ਕਿੰਨਾ ਸਮਾਂ ਲੱਗ ਜਾਂਦਾ ਹੈ, ਇਸ ਨੂੰ ਠੀਕ ਹੋਣ 'ਤੇ 6 ਹਫ਼ਤੇ ਦਾ ਸਮਾਂ ਲੈਂਦਾ ਇਹ ਜਿਹੜਾ ਗਿੱਟੇ 'ਤੇ ਫ੍ਰੈਕਚਰ ਹੋ ਜਾਏ। ਸੋ ਬੀ ਵੈਰੀ ਕੇਅਰਫੁਲ ਵਿਦ ਯੂਰ ਫੁੱਟ, ਤਾਂ ਆਪਣੇ ਪੈਰ ਦਾ ਬਹੁਤ ਧਿਆਨ ਰੱਖੋ। ਯੂ ਮਸਟ ਟੇਕ ਡਾਈਟ ਫੁੱਲ ਆਫ ਕੈਲਸ਼ੀਅਮ ਐਜ਼ ਇਟ ਇਜ਼, ਤੁਸੀਂ ਕੈਲਸ਼ੀਅਮ ਨਾਲ ਭਰਪੂਰ ਡਾਈਟ ਲਿਓ, ਕਿਉਂਕਿ ਇਟ ਇਜ਼ ਵੈਰੀ ਇੰਪੋਰਟੈਂਟ ਫॉर ਯੂ, ਤੁਹਾਡੇ ਲਈ ਇਹ ਬਹੁਤ ਜ਼ਰੂਰੀ ਹੈ। ਪਲੀਜ਼ ਬੀ ਵੈਰੀ ਰੈਗੂਲਰ ਵਿਦ ਯੂਰ ਮੈਡੀਸਿਨਸ, ਦਵਾਈਆਂ ਆਪਣੀਆਂ ਨਿਯਮਿਤ ਤੌਰ 'ਤੇ ਖਾਂਦੇ ਰਹੋ, ਰੈਗੂਲਰ ਤੌਰ 'ਤੇ ਖਾਂਦੇ ਰਹੋ। ਯੂ ਮਸਟ ਆਲਸੋ ਗੋ ਫॉर ਫਿਜ਼ੀਓਥੈਰੇਪੀ ਆਫਟਰ ਦਾ ਪਲਾਸਟਰ ਇਜ਼ ਰਿਮੂਵਡ, ਜਦੋਂ ਪਲਾਸਟਰ ਤੁਹਾਡਾ ਹਟਾ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਤੁਹਾਨੂੰ ਫਿਜ਼ੀਓਥੈਰੇਪੀ ਲਈ ਵੀ ਜਾਣਾ ਚਾਹੀਦਾ ਹੈ। ਇਟ ਇਜ਼ ਵੈਰੀ ਇੰਪੋਰਟੈਂਟ, ਇਹ ਬਹੁਤ ਜ਼ਰੂਰੀ ਹੈ। ਆਈ ਕੈਨ ਅੰਡਰਸਟੈਂਡ ਦਾ ਪੇਨ ਯੂ ਮਸਟ ਬੀ ਗੋਇੰਗ ਥਰੂ, ਮੈਂ ਉਹ ਪੇਨ ਸਮਝ ਸਕਦਾ ਹਾਂ ਜੋ ਤੁਹਾਨੂੰ ਹੋ ਰਿਹਾ ਹੈ। ਯੂ ਮਸਟ ਬੀ ਗੋਇੰਗ ਥਰੂ, ਜੋ ਤੁਹਾਨੂੰ ਪੇਨ ਹੋ ਰਿਹਾ ਹੈ ਮੈਂ ਉਸ ਨੂੰ ਸਮਝ ਸਕਦਾ ਹਾਂ। ਆਈ ਆਲਸੋ ਹੈਡ ਐਂਕਲ ਫ੍ਰੈਕਚਰ ਵੰਸ, ਮੇਰਾ ਵੀ ਇੱਕ ਵਾਰੀ ਐਂਕਲ ਗਿੱਟਾ ਫ੍ਰੈਕਚਰ ਹੋ ਗਿਆ ਸੀ। ਐਂਡ ਇਟ ਟੁੱਕ ਮੀ ਅ ਲੋਟ ਆਫ ਟਾਈਮ ਬਿਫੋਰ ਆਈ ਕੁਡ ਵਾਕ ਪ੍ਰੋਪਰਲੀ, ਤਾਂ ਇਸ ਨੂੰ ਬਹੁਤ ਸਮਾਂ ਲੱਗ ਗਿਆ ਸੀ ਮੈਨੂੰ, ਜੋ ਤੁਰਨਾ ਸ਼ੁਰੂ ਕੀਤਾ ਫ੍ਰੈਕਚਰ ਤੋਂ ਬਾਅਦ ਤਾਂ ਮੈਨੂੰ ਬਹੁਤ ਸਮਾਂ ਲੱਗ ਗਿਆ ਸੀ। ਤਾਂ ਟੇਕ ਕੇਅਰ ਐਂਡ ਬੀ ਵੈਰੀ ਕੇਅਰਫੁਲ ਅਬਾਊਟ ਯੂਰ ਹੈਲਥ, ਆਪਣਾ ਧਿਆਨ ਰੱਖੋ ਅਤੇ ਆਪਣੀ ਸਿਹਤ ਪ੍ਰਤੀ ਕੇਅਰਫੁਲ ਰਹੋ। ਯੂ ਸਿੰਸੀਅਰਲੀ ਅਰਨਵ, ਤੁਹਾਡਾ ਦੋਸਤ ਅਰਨਵ। ਠੀਕ ਹੈ ਬੇਟਾ, ਇਸ ਤਰੀਕੇ ਨਾਲ ਤੁਸੀਂ ਇਸਨੂੰ ਕਰਨਾ ਹੈ, ਨਾਮ ਤੁਸੀਂ ਚੇਂਜ ਕਰ ਸਕਦੇ ਹੋ ਆਪਣਾ। ਤਾਂ ਇਹ ਸੀ ਆਪਣਾ ਰਿਵੀਜ਼ਨ ਟੈਸਟ ਦਾ ਐਕਸਪਲੇਨੇਸ਼ਨ। ਤਾਂ ਮਿਲਦੇ ਹਾਂ ਨੈਕਸਟ ਵੀਡੀਓ, ਟਿਲ ਦੈਨ ਸੀ ਯੂ, ਟੇਕ ਕੇਅਰ, ਬਾਏ। ਇੱਥੇ ਦੇਖੋ ਲੈਸਨ ਹੈ ਆਪਣਾ ਚਾਰਜ ਫॉर ਲਵ। ਤਾਂ ਫਸਟ ਕੁਐਸਚਨ ਹੈ, ਹੂ ਅਪਰੋਚਡ ਦਾ ਓਨਰ ਆਫ ਦਾ ਸ਼ੋਪ, ਯਾਨੀ ਕਿ ਸ਼ੋਪ ਦੇ ਓਨਰ ਕੋਲ ਕੌਣ ਗਿਆ। ਅ ਬॉय ਅਪਰੋਚਡ ਦਾ ਸ਼ੋਪ ਓਨਰ, ਇੱਕ ਲੜਕਾ ਸ਼ੋਪ ਓਨਰ ਕੋਲ ਗਿਆ। ਵਾਟ ਵਾਜ਼ ਦਾ ਓਨਰ ਚਾਰਜਿੰਗ ਫॉर ਹੈਲਦੀ ਪਪੀਜ਼, ਹੈਲਦੀ ਪਪੀਜ਼ ਵਾਸਤੇ ਉਹ ਓਨਰ ਕਿੰਨੇ ਪੈਸੇ ਲੈ ਰਿਹਾ ਸੀ। ਹੀ ਵਾਜ਼ ਚਾਰਜਿੰਗ $32 to $50 ਫॉर ਈਚ ਪੱਪੀ, ਉਹ ਹਰੇਕ ਪੱਪੀ ਦਾ $30 ਤੋਂ ਲੈ ਕੇ $50 ਤੱਕ ਕੀਮਤ ਲੈ ਰਿਹਾ ਸੀ। ਹਾਊ ਮਚ ਮਨੀ ਡਿਡ ਦਾ ਬॉय ਹੈਵ, ਲੜਕੇ ਕੋਲ ਕਿੰਨੇ ਪੈਸੇ ਸੀ। ਆਂਸਰ ਹੈ ਦਾ ਬॉय ਹੈਡ $2.37, यानी कि $2 ਤੇ 37 सेंट्स ਉਸ ਕੋਲ ਸੀ। ਵਾਟ ਪ੍ਰੋਬਲਮ ਡਿਡ ਦਾ ਲੇਮ ਪਪੀ ਹੈਵ, ਜਿਹੜਾ ਲੇਮ ਪਪੀ ਸੀ, ਲੰਗੜਾ ਪਪੀ ਸੀਗਾ, ਉਹਨੂੰ ਪ੍ਰੋਬਲਮ ਕੀ ਸੀ। ਤਾਂ ਲੇਮ ਪਪੀ ਡਿਡ ਨੋਟ ਹੈਵ ਏ ਹਿਪ ਸੌਕਟ, ਇਟ ਵੁੱਡ ਆਲਵੇਜ਼ ਲਿੰਪ, ਉਹਦੇ ਪਰ ਹਿਪ ਸੌਕਟ ਨਹੀਂ ਸੀ, ਯਾਨੀ ਕਿ ਉਹਦੀ ਕਮਰ ਦੇ ਵਿੱਚ ਪ੍ਰੋਬਲਮ ਸੀ, ਤਾਂ ਉਹ ਹਮੇਸ਼ਾ ਐਵੇਂ ਲੰਗੜਾ ਕੇ ਹੀ ਚੱਲੇਗਾ। ਵਾਈ ਪਪੀ ਵਾਜ਼ ਚੂਜ਼ਨ ਬਾਏ ਦਾ ਲਿਟਲ ਬॉय ਐਂਡ ਵਾਈ, ਉਹ ਪਪੀ ਉਸ ਛੋਟੇ ਲੜਕੇ ਨੇ ਕਿਉਂ ਚੁਣਿਆ, ਉਹਦੇ ਵਿੱਚ ਕੀ ਕਾਰਨ ਸੀਗਾ। ਵਿਚ ਪਪੀ, ਕਿਹੜਾ ਪਪੀ ਚੁਣਿਆ ਅਤੇ ਉਹਦੇ ਪਿੱਛੇ ਕੀ ਕਾਰਨ ਸੀ। ਦਾ ਬॉय ਚੂਜ਼ ਦਾ ਲੇਮ ਪਪੀ, ਉਸਨੇ ਉਹ ਲੇਮ ਪਪੀ, ਲੰਗੜਾ ਪਪੀ ਚੁਣਿਆ। ਐਜ਼ ਹੀ ਹਿਮਸੈਲਫ ਵਾਜ਼ ਲੇਮ, ਕਿਉਂਕਿ ਉਹ ਖੁਦ ਆਪ ਵੀ ਲੇਮ ਸੀ, ਲੰਗੜਾ ਸੀ। ਹੀ ਕੁਡ
ਐਂਪੈਥਾਈਜ਼ ਵਿਦ ਇਟਸ ਕੰਡੀਸ਼ਨ, ਉਹ ਉਸ ਦੀ ਕੰਡੀਸ਼ਨ ਨਾਲ ਐਂਪੈਥਾਈਜ਼ ਕਰ ਸਕਦਾ ਸੀ, ਉਹਦਾ ਉਹਨੂੰ ਫੀਲ ਕਰ ਸਕਦਾ ਸੀ ਕਿ ਉਸ ਨੂੰ ਕਿਸ ਤਰ੍ਹਾਂ ਫੀਲ ਹੁੰਦਾ ਹੈ ਪੱਪੀ ਨੂੰ, ਤਾਂ ਹੀ ਉਸਨੇ ਉਸ ਪੱਪੀ ਨੂੰ ਚੁਣਿਆ ਜਿਹੜਾ ਕਿ ਉਹਨੂੰ ਲੱਗਦਾ ਸੀ ਕਿ ਉਹ ਉਹਦੇ ਵਰਗਾ ਹੀ ਹੈ। ਵਾਈ ਡਿਡ ਦਾ ਸ਼ੋਪ ਓਨਰ ਐਗਰੀ ਟੂ ਗਿਵ ਦਾ ਪੱਪੀ ਫॉर ਫ੍ਰੀ, ਸ਼ੋਪ ਓਨਰ ਉਸ ਨੂੰ ਉਹ ਪੱਪੀ ਫ੍ਰੀ ਵਿੱਚ ਦੇਣ ਲਈ ਕਿਉਂ ਤਿਆਰ ਹੋ ਗਿਆ। ਦਾ ਸ਼ੋਪ ਓਨਰ ਫੈਲਟ ਡੈਟ ਹੀ ਸ਼ੁੱਡ ਨੋਟ ਪੁੱਟ ਏ ਪ੍ਰਾਈਸ ਔਨ ਲਵ, ਸ਼ੋਪ ਓਨਰ ਨੂੰ ਲੱਗਿਆ ਕਿ ਉਸ ਨੂੰ ਪਿਆਰ ਦੀ ਕੀਮਤ ਉੱਤੇ, ਕਿ ਉਸ ਨੂੰ ਪਿਆਰ, ਉਹ ਜਿਹੜਾ ਪਿਆਰ ਦਿਖਾਇਆ ਸੀ ਉਸਨੇ ਬॉय ਨੇ, ਉਸ ਉੱਪਰ ਉਸ ਨੂੰ ਕੀਮਤ ਨਹੀਂ ਲੈਣੀ ਚਾਹੀਦੀ। ਸੋ ਹੀ ਐਗਰੀਡ ਟੂ ਗਿਵ ਦਾ ਪੱਪੀ ਫॉर ਫ੍ਰੀ, ਇਸ ਲਈ ਉਹ ਪੱਪੀ ਨੂੰ ਫ੍ਰੀ ਵਿੱਚ ਹੀ ਉਸਨੇ ਦੇ ਦਿੱਤਾ, ਕਿਉਂਕਿ ਉਸ ਨੂੰ ਪਿਆਰ ਕਰਦਾ ਸੀਗਾ ਬॉय, ਤਾਂ ਹੀ ਉਹ ਕਹਿੰਦਾ ਸੀ ਇਹ ਵੀ ਲੰਗੜਾ ਕੇ ਤੁਰਦਾ, ਮੈਂ ਵੀ ਲੰਗੜਾ ਕੇ ਤੁਰਦਾ, ਤਾਂ ਉਹ ਕਹਿੰਦਾ ਮੈਨੂੰ ਤੂੰ ਇਹ ਦੇ ਦੇ ਜਿੰਨੇ ਮਰਜ਼ੀ ਪੈਸੇ ਲੈ ਲੈ, ਪਰ ਸ਼ੋਪ ਓਨਰ ਨੇ ਉਸ ਨੂੰ ਫ੍ਰੀ ਵਿੱਚ ਦੇ ਦਿੱਤਾ। ਤਾਂ ਬੇਟਾ ਹੁਣ ਜਿਹੜੀ ਆਪਣੀਆਂ ਅਗਲਾ ਸਿਲੇਬਸ ਹੈ ਉਹ ਹੈ ਸੈਂਟੈਂਸਿਸ 51 to 60। ਦੇਖੋ ਪਹਿਲਾ ਹੈ ਤੁਸੀਂ ਕਿੱਥੇ ਰਹਿੰਦੇ ਹੋ, ਵੇਅਰ ਡੂ ਯੂ ਲਿਵ, ਇਹਦੇ ਵਿੱਚ ਕੁਐਸਚਨ ਮਾਰਕ ਆਏਗਾ। ਤੁਸੀਂ ਝੂਠ ਕਿਉਂ ਬੋਲਿਆ, ਵਾਈ ਡਿਡ ਯੂ ਟੈਲ ਅ ਲਾਈ, ਤੁਸੀਂ ਆਪਣੀ ਛੁੱਟੀ ਕਿੱਥੇ ਬਿਤਾਈ, ਵੇਅਰ ਡਿਡ ਯੂ ਸਪੈਂਡ ਯੂਅਰ ਹੌਲੀਡੇ, ਜਮਾਤ ਵਿੱਚ ਕੌਣ ਸੀ, ਹੂ ਵਾਜ਼ ਦੇਅਰ ਇਨ ਦਾ ਕਲਾਸ, ਤੁਹਾਡਾ ਪੱਕਾ ਮਿੱਤਰ ਕੌਣ ਹੈ, ਹੂ ਇਜ਼ ਯੂਅਰ ਬੈਸਟ ਫਰੈਂਡ, ਅਧਿਆਪਕ ਨੇ ਕੀ ਪੜ੍ਹਾਇਆ, ਵਾਟ ਡਿਡ ਦਾ ਟੀਚਰ ਟੀਚ, ਉਸਨੇ ਜਵਾਬ ਕਿਉਂ ਨਹੀਂ ਦਿੱਤਾ, ਵਾਈ ਡਿਡ ਹੀ ਨੋਟ ਗਿਵ ਦਾ ਆਂਸਰ, ਤੁਸੀਂ ਕਿੱਥੇ ਜਾ ਰਹੇ ਹੋ, ਵੇਅਰ ਆਰ ਯੂ ਗੋਇੰਗ, ਤੁਸੀਂ ਰੌਲਾ ਕਿਉਂ ਪਾ ਰਹੇ ਹੋ, ਵਾਈ ਆਰ ਯੂ ਮੇਕਿੰਗ ਅ ਨੋਇਸ, ਐਂਡ ਲਾਸਟ ਇਜ਼ ਤੁਸੀਂ ਕਦੋਂ ਆ ਰਹੇ ਹੋ, ਵੈਨ ਆਰ ਯੂ ਕਮਿੰਗ। ਬੇਟਾ ਇਹ ਹੋ ਗਿਆ ਆਪਣੀ ਸੈਂਟੈਂਸਿਸ ਦੇ ਰਿਵੀਜ਼ਨ। ਤਾਂ ਉਸ ਤੋਂ ਬਾਅਦ ਹੈ ਤੁਹਾਡਾ ਇੱਕ ਪੈਰਾਗ੍ਰਾਫ ਹੈ ਐਨ ਇੰਡੀਅਨ ਫਾਰਮਰ, ਠੀਕ ਹੈ, ਤੁਹਾਨੂੰ ਕਲੂਜ਼ ਦਿੱਤੇ ਹੋਣਗੇ, ਹਿੰਟ ਦਿੱਤੇ ਹੋਣਗੇ, ਤਾਂ ਆਪਾਂ ਇਸ ਨੂੰ ਨੀਚੋਂ ਪੈਰਾਗ੍ਰਾਫ ਰੀਡ ਕਰਦੇ ਹਾਂ। ਇੰਡੀਆ ਇਜ਼ ਅ ਲੈਂਡ ਆਫ ਵਿਲੇਜਿਸ, ਇੰਡੀਆ ਪਿੰਡਾਂ ਦਾ ਇੱਕ ਪਿੰਡਾਂ ਦੀ ਲੈਂਡ ਹੈ, ਇੱਕ ਪਿੰਡਾਂ ਦੀ ਧਰਤੀ ਹੈ। ਐਗਰੀਕਲਚਰ ਇਜ਼ ਦਾ ਮੇਜਰ ਪ੍ਰੋਫੈਸ਼ਨ ਆਫ ਪੀਪਲ ਲਿਵਿੰਗ ਇਨ ਪੰਜਾਬ, ਪੰਜਾਬ ਵਿੱਚ ਰਹਿੰਦੇ ਲੋਕਾਂ ਦਾ ਜਿਹੜਾ ਮੇਨ ਕਿੱਤਾ ਹੈ ਉਹ ਐਗਰੀਕਲਚਰ ਹੈ। ਇਟ ਇਜ਼ ਦਾ ਲਾਈਫ ਲਾਈਨ ਆਫ ਇੰਡੀਅਨ ਇਕੋਨਮੀ, ਇਹ ਇੰਡੀਅਨ ਇਕੋਨਮੀ ਦੀ ਲਾਈਫ ਲਾਈਨ ਹੈ। ਐਗਰੀਕਲਚਰ ਕੀਪਸ ਦਾ ਇੰਡੀਅਨ ਇਕੋਨਮੀ ਪ੍ਰੋਸਪਰਿੰਗ, ਐਗਰੀਕਲਚਰ ਜਿਹੜੀ ਹੈ ਉਹ ਇੰਡੀਅਨ ਇਕੋਨਮੀ ਨੂੰ ਪ੍ਰੋਸਪਰ ਰੱਖਦੀ ਹੈ, ਖੁਸ਼ਹਾਲ ਰੱਖਦੀ ਹੈ, ਉਹਦੇ ਨਾਲ ਚੱਲਦੀ ਹੈ ਉਹ, ਕਿਹਦੇ ਨਾਲ, ਐਗਰੀਕਲਚਰ ਨਾਲ। ਇਟ ਪ੍ਰੋਵਾਈਡਸ ਫੂਡ ਟੂ ਆਲ ਦਾ ਸਿਟੀਜ਼ਨਸ, ਇਹ ਸਾਰੇ ਸਿਟੀਜ਼ਨ ਵਾਸਤੇ ਫੂਡ ਮੁਹੱਈਆ ਕਰਵਾਉਂਦੀ ਹੈ, ਭੋਜਨ ਦਿੰਦੀ ਹੈ ਉਸਨੂੰ। ਦਾ ਫਾਰਮਰ ਗਰੋਜ਼ ਫੂਡ ਗ੍ਰੇਨਸ, ਫਾਰਮਰ ਫੂਡ ਗ੍ਰੇਨਸ ਉਗਾਉਂਦਾ ਹੈ, ਵੈਜੀਟੇਬਲਸ ਉਗਾਉਂਦਾ ਅਤੇ ਫਰੂਟਸ ਵੀ ਪੈਦਾ ਕਰਦਾ ਹੈ। ਸਮ ਫਾਰਮਰਸ ਗਰੋ ਕੋਟਨ ਆਲਸੋ, ਕੁਝ ਫਾਰਮਰ ਕੋਟਨ ਵੀ, ਕਪਾਹ ਵੀ ਪੈਦਾ ਕਰਦੇ ਹਨ, ਉਗਾਉਂਦੇ ਹਨ। ਦਾ ਫਾਰਮਰ ਵਰਕਸ ਫਰੋਮ ਮੋਰਨਿੰਗ ਟੂ ਈਵਨਿੰਗ, ਕਿਸਾਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੰਮ ਕਰਦੇ ਹਨ। ਐਗਰੀਕਲਚਰ ਸੈਕਟਰ ਪ੍ਰੋਵਾਈਡਸ ਐਮਪਲੋਇਮੈਂਟ ਟੂ 40% ਇੰਡੀਅਨ ਫਾਰਮਰਸ, ਜਿਹੜਾ ਐਗਰੀਕਲਚਰ ਸੈਕਟਰ ਹੈ, ਖੇਤੀ ਵਾਲਾ ਜੋ ਸੈਕਟਰ ਹੈ, ਉਹ ਇੰਪਲੋਇਮੈਂਟ ਦਿੰਦਾ, ਰੁਜ਼ਗਾਰ ਦਿੰਦਾ ਹੈ 40% ਫਾਰਮਰਸ ਨੂੰ ਰੁਜ਼ਗਾਰ ਉਹ ਦਿੰਦਾ ਹੈ। ਫਾਰਮਿੰਗ ਟਾਸਕ ਰਿਕੁਆਇਰਸ ਅ ਲੋਟ ਆਫ ਲੇਬਰ, ਖੇਤੀ ਕਰਨਾ ਬਹੁਤ ਇੱਕ ਲੇਬਰ ਦਾ ਕੰਮ ਹੈ, ਇਸ ਵਾਸਤੇ ਬਹੁਤ ਲੇਬਰ ਚਾਹੀਦੀ ਹੈ। ਇਟ ਇਜ਼ ਅ ਡਿਫੀਕਲਟ ਟਾਸਕ ਵਿਚ ਰਿਕੁਆਇਰਸ ਡਿਸਿਪਲਿਨ ਐਂਡ ਪੇਸ਼ੈਂਸ, ਇਹ ਬਹੁਤ ਹੀ ਇੱਕ ਔਖਾ ਕੰਮ ਹੈ ਜਿਸ ਵਾਸਤੇ ਤੁਹਾਨੂੰ ਡਿਸਿਪਲਿਨ ਅਤੇ ਪੇਸ਼ੈਂਸ ਦੀ ਲੋੜ ਪੈਂਦੀ ਹੈ, ਅਨੁਸ਼ਾਸਨ ਅਤੇ ਸਹਿਨਸ਼ੀਲਤਾ ਦੀ ਲੋੜ ਪੈਂਦੀ ਹੈ। ਅਵਰ ਫਾਰਮਰਸ ਗਰੋ ਕ੍ਰੋਪਸ ਫॉर ਆਵਰ ਕੰਟਰੀ, ਸਾਡੇ ਕਿਸਾਨ ਦੇਸ਼ ਵਾਸਤੇ ਫਸਲ ਪੈਦਾ ਕਰਦੇ ਹਨ। ਕ੍ਰੋਪ ਇਜ਼ ਦੇਅਰ ਵੈਲਥ, ਫਸਲ ਹੀ ਉਹਨਾਂ ਦਾ ਧਨ ਹੈ। ਐਨ ਇੰਡੀਅਨ ਫਾਰਮਰ ਹੈਜ਼ ਐਨ ਇੰਪੋਰਟੈਂਟ ਪਲੇਸ ਇਨ ਸੁਸਾਇਟੀ, ਭਾਰਤੀ ਕਿਸਾਨ ਦੀ ਸਮਾਜ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਜਗ੍ਹਾ ਹੈ। ਐਗਰੀਕਲਚਰ ਇਜ਼ ਦਾ ਬੈਕਬੋਨ ਆਫ ਇੰਡੀਅਨ ਇਕੋਨਮੀ, ਐਗਰੀਕਲਚਰ ਇੰਡੀਅਨ ਇਕੋਨਮੀ ਦੀ ਬੈਕਬੋਨ ਹੈ, ਰੀੜ੍ਹ ਦੀ ਹੱਡੀ ਹੈ। ਐਂਡ ਇੰਡੀਅਨ ਫਾਰਮਰ ਇਜ਼ ਅ ਵੈਰੀ ਯੂਜ਼ਫੁਲ ਮੈਂਬਰ ਆਫ ਦਾ ਸੋਸਾਇਟੀ, ਅਤੇ ਭਾਰਤੀ ਕਿਸਾਨ ਸੋਸਾਇਟੀ ਦਾ, ਸਮਾਜ ਦਾ ਇੱਕ ਬਹੁਤ ਹੀ ਮਹੱਤਵਪੂਰਨ ਮੈਂਬਰ ਹੈ। ਬੇਟਾ ਇਹ ਹੋ ਗਿਆ, ਇਹਦੀ ਆਪਾਂ ਸਮਝਿਆ ਇਸ ਨੂੰ ਐਨ ਇੰਡੀਅਨ ਫਾਰਮਰ ਬਾਰੇ ਪੈਰਾਗ੍ਰਾਫ। ਤਾਂ ਨੈਕਸਟ ਤੁਹਾਡਾ ਹੈ, ਨੈਕਸਟ ਪੈਰਾਗ੍ਰਾਫ ਹੈ ਦਾ ਲਿਟਲ ਬॉय ਆਫ ਦਾ ਸਟੋਰੀ ਚਾਰਜ ਫॉर ਲਵ, ਠੀਕ ਹੈ ਜੀ। ਹੁਣ ਦੇਖੋ, ਅ ਸ਼ੋਪ ਓਨਰ ਹੈਡ ਸਮ ਪਪੀਜ਼ ਫॉर ਸੇਲ, ਇੱਕ ਦੁਕਾਨਦਾਰ ਕੋਲ ਕੁਛ ਕੁ ਪਪੀਜ਼ ਸੀ, ਪਪੀਜ਼ ਮਤਲਬ ਛੋਟੇ ਕਤੂਰੇ ਨੂੰ ਕਹਿ ਦਿੰਦੇ ਅਸੀਂ,
दुकानदार को सेल करने वास्ते कुछ कर उसने रखे हुए सी कतूरे। अ लिटल बॉय अप्रोच्ड हिम फॉर परचेस, एक छोटा लड़का उस कोल एक पप्पी लैन गया, खरीदन गया। द लिटल बॉय इज़ ए काइंड हार्टेड चाइल्ड, वो छोटा बच्चा एक बहुत ही दयालु बच्चा है। ही हैज़ सिंपैथेटिक नेचर, उसकी नेचर सिंपैथेटिक है, वो हर एक नाल सहानुभूति रखता है। ही इज़ कॉन्फिडेंट, अफेक्शनेट एंड लव्स एनीमल्स, वो कॉन्फिडेंट है पूरा, अफेक्शनेट है, प्यार करता साਰਿਆਂ ਨੂੰ ਤੇ ਜਾਨਵਰਾਂ ਵਾਸਤੇ ਉਸਦੇ ਮਨ 'ਚ ਪਿਆਰ ਹੈ। ਹੀ ਹਿਮਸੈਲਫ ਇਜ਼ ਕ੍ਰਿਪਲਡ, ਉਹ ਖੁਦ ਆਪ ਵੀ ਅਪਾਹਜ ਹੈ। ਸੋ ਹੀ ਇਜ਼ ਵੈਰੀ ਸਿੰਪੈਥੈਟਿਕ ਟੂਵਰਡਸ ਦ ਕ੍ਰਿਪਲਡ ਪਪੀ, ਇਸ ਲਈ ਉਹ ਅਪਾਹਜ ਪੱਪੀਜ਼ ਲਈ ਵੀ ਬਹੁਤ ਸਹਾਨੁਭੂਤੀ ਰੱਖਦਾ ਹੈ ਕਿਉਂਕਿ ਖੁਦ ਆਪ ਵੀ ਉਹ ਅਪਾਹਜ ਹੈ। ਹੀ ਨੋਜ਼ ਡੈਟ ਦੇਅਰ ਆਰ ਨੋ ਚਾਰਜਿਸ ਫॉर ਲਵ, ਉਹ ਜਾਣਦਾ ਹੈ ਕਿ ਇੱਥੇ ਪਿਆਰ ਦੀ ਕੋਈ ਕੀਮਤ ਨਹੀਂ ਹੈ। ਦ ਸ਼ੋਪ ਓਨਰ ਆਫਰਡ ਪੱਪੀ ਫॉर ਫਰੀ, ਦੁਕਾਨਦਾਰ ਉਸ ਨੂੰ ਉਹ ਪੱਪੀ ਫਰੀ ਵਿੱਚ ਦੇ ਦਿੰਦਾ ਹੈ। ਸਟਿਲ ਹੀ ਪ੍ਰੋਮਿਸਿਸ ਟੂ ਪੇ ਦ ਫੁੱਲ ਪ੍ਰਾਈਸ ਆਫ ਦ ਲਿਟਲ ਡੋਗ, ਪਰ ਫਿਰ ਵੀ ਹਾਲਾਂਕਿ ਦੁਕਾਨਦਾਰ ਉਸ ਨੂੰ ਫਰੀ 'ਚ ਦੇ ਦਿੰਦਾ ਹੈ ਪਰ ਫਿਰ ਵੀ ਉਹ ਪ੍ਰੋਮਿਸ ਕਰਦਾ ਹੈ ਛੋਟਾ ਬੱਚਾ ਕਿ ਮੈਂ ਤੈਨੂੰ ਇਸ ਦੇ ਪੱਪੀ ਦੇ ਪੂਰੇ ਪੈਸੇ ਦੇ ਕੇ ਜਾਵਾਂਗਾ। ਹੀ ਇਜ਼ ਨੋਟ ਰੈਡੀ ਟੂ ਟੇਕ ਇਟ ਫਰੀ ਫॉर ਕੋਸਟ, ਉਹ ਇਸ ਨੂੰ ਫਰੀ ਵਿੱਚ ਲੈਣ ਨੂੰ ਤਿਆਰ ਨਹੀਂ ਹੈ। ਕੌਣ? ਉਹ ਛੋਟਾ ਬੱਚਾ, ਛੋਟਾ ਬॉय। बेटा ये हो गया अपना द लिटल बॉय ऑफ द स्टोरी चार्ज फुल ऑफ द अंडरस्टैंडिंग। तो नाउ एट लास्ट थोड़े एक लैटर है, राइट अ लैटर टू योर फ्रेंड टेलिंग हिम और हर ऑल अबाउट द एनुअल वर्ड्स यू रोट अबाउट। एट द एंड यू मस्ट राइट टू योर फ्रेंड अबाउट वाई ह्यूमन बींग शुड ट्राई टू प्रोटेक्ट बर्ड्स एंड एनीमल्स फ्रॉम गैटिंग हंटेड बाय द पोचर्स। तुहाडे एक लैटर लिखना है अपने फ्रेंड नूं, वो दसना है कि दसना है कि एनीमल या बर्ड बारे दसना है जिहदे बारे तुसीं लिखिआ, ठीक है। तो बाद ये भी दसना एंड ते आके कि एनीमल्स जिहड़े आपां ह्यूमन बींग्स हाँ, सानूं बर्ड्स द एनीमल नूं शिकारियां द्वारा जिहड़े मारे जांदे ने उसनूं क्यों बचाना चाहिए है, ठीक है। ट्राई टू प्रोटेक्ट मतलब सानूं उन्हां नूं क्यों बचाना चाहिए है, जिहड़े शिकार करते हैं पोचर्स हुंदा शिकारी, असीं उन्हां नूं क्यों बचाईए। ये तुसीं अपने फ्रेंड नूं दसना है बाद विच। पहला दसना है तुसीं बर्ड्स बारे जिहड़ा तुसीं लिखदे हो, ठीक है, एनीमल बर्ड्स बारे जो तुसीं जाणदे हो। देखो तुसीं उपर अपना एड्रैस लिख लिया बेटा, कोई भी एड्रैस तुसीं लिख सकते हो। तो डेट उही पानी है जिस दिन तुहाडा पेपर होवे, जिवें हुण टैस्ट तुहाडा 14 मार्च है, तुसीं लिखोगे इत्थे मार्च 14,2022, ओके। तुहाडा फ्रेंड का नाम लिख लो, दैन देखो उस तो बाद है आई एम फाइन एंड होप द सेम फॉर यू, मैं बहुत वधिया हाँ इत्थे ते उम्मीद करदा तुसीं भी ठीक होवोगे। माई टीचर गेव मी एन असाइनमेंट टू राइट अबाउट ए बर्ड, मेरे टीचर ने मैंने एक काम दिता है घर वास्ते कि मैंने एक बर्ड बारे लिखना है, पंछी बारे लिखना है। आई रोट अबाउट अ पीकॉक, मैंने पीकॉक बारे लिखा, मोर बारे लिखा। इट्स अ मीडियम साइज्ड मेल बर्ड, यह एक मीडियम साइज़ का मेल बर्ड होंदा है, मेल पंछी है ठीक ठीक साइज़ का। द फीमेल इज़ कॉल्ड अ पीहन, ये फीमेल नूं असीं पीहन कहने। द पीकॉक जिहड़ा मोर है हैज़ ए लॉन्ग शाइनी डार्क ब्लू नैक एंड मल्टी कलर्ड फीदर्स, जिहड़ा मोर है उसके शाइनी मतलब शाइन करते हैं, डार्क ब्लू वो नैक है जी शाइन करती है, तो मल्टी कलर वो खंभ होंगे ने। इट हैज़ अ क्राउन ऑन इट्स हैड, ये सिर उपर एक ताज होंदा है। इट ईट्स प्लांट्स फ्रूट्स सीड्स ग्रेन्स इंसैक्ट्स स्नैक्स एटसैट्रा। ये की खांदा है? ये खांदा है प्लांट्स फ्रूट्स, फल खाता है, बीज खाता है, ग्रेन्स दाने खाता है, इंसैक्ट छोटे छोटे कीड़े खाता है, तो यह सप भी खाता है, तो होर ये एटसैट्रा मतलब होर भी यह कुछ खा जाता है। कौन? पीकॉक। इट फ्लाइज बट नॉट वेरी फार, ये उड़ता है पर ज़्यादा उच्ची नहीं जाता। इट लिव्स इन फॉरेस्ट एंड डेंस फोलीएज एरियाज, यह जंगलों में रहता है ਅਤੇ ਡੈਂਸ ਫੋਲੀਏਜ ਏਰੀਆ ਹੁੰਦਾ ਜਿੱਥੇ ਜ਼ਿਆਦਾ ਸੰਘਣੀ ਉੱਥੇ ਆਬਾਦੀ ਹੋਵੇ ਉੱਥੇ। ਦ ਪੀਕॉक इज़ द ਨੈਸ਼ਨਲ ਬਰਡ ਆਫ ਇੰਡੀਆ, ਪੀਕॉक ਮੋਰ ਸਾਡਾ ਰਾਸ਼ਟਰੀ ਪੰਛੀ ਹੈ, ਭਾਰਤ ਦਾ ਰਾਸ਼ਟਰੀ ਪੰਛੀ ਹੈ। ਵੀ ਸ਼ੁੱਡ ਪ੍ਰੋਟੈਕਟ ਇਟ, ਸਾਨੂੰ ਇਸ ਦੀ ਰੱਖਿਆ ਕਰਨੀ ਚਾਹੀਦੀ ਹੈ। ਦ ਬਰਡਸ ਐਂਡ ਐਨੀਮਲਸ ਮੇਨਟੇਨ ਬੈਲੈਂਸ ਇਨ ਦ ਇਕੋਸਿਸਟਮ, ਪੰਛੀ ਅਤੇ ਜਾਨਵਰ ਇਕੋਸਿਸਟਮ ਵਿੱਚ ਬੈਲੈਂਸ ਬਣਾ ਕੇ ਰੱਖਦੇ ਹਨ, ਸੰਤੁਲਨ ਬਣਾ ਕੇ ਰੱਖਦੇ ਹਨ ਇਕੋਸਿਸਟਮ ਵਿੱਚ। सो वी शुड ट्राई टू प्रोटेक्ट दैम फ्रॉम गैटिंग हंटेड बाय द पोचर्स, इस करके सानू उन्होंने शिकारियों तो बचाना चाहिए है। व्यूअर्स इत्थे तुहाडे आपदा खुद का नाम आएगा बेटा, तो आई होप कि तुहानूं ये सारा समझ आ गया होना है। तो तुहाडा 14 मार्च नूं मंडे नूं इसका टैसट है,
इसमें दोबारा रिवाइज कर लो तो आई होप यू विल गेट वेरी गुड मार्क्स एंड राइट इन कमेंट बॉक्स ऑल्सो आफ्टरवर्ड्स एंड what marks you got. Then meet you next video. Till then, see you, take care, bye, miss you all. Hello dear students, it's 29th of March 2022 and we are going to solve our weekly test for class 8. And here you can see, first of all you can see here question answers, and first one is, how does the poet feel when he touches and feels the pages of his books? जद पोएट अपनी बुक्स ਨੂੰ टच करता है तो वो किस तरह फील करता है? आंसर है, he becomes nostalgic and can feel the old memories with them. ਤਾਂ ਜਦੋਂ ਟੱਚ ਕਰਦਾ ਹੈ ਉਸ ਨੂੰ ਆਪਣੇ ਪੁਰਾਣਾ ਬਚਪਨ ਯਾਦ ਆ ਜਾਂਦਾ ਜਦੋਂ ਉਹ ਆਪਣੇ ਪੁਰਾਣੇ ਘਰ ਵਿੱਚ ਰਹਿੰਦਾ ਹੁੰਦਾ ਸੀਗਾ ਤੇ ਉਸ ਨੂੰ ਸਾਰੀਆਂ ਆਪਣੀਆਂ ਓਲਡ ਮੈਮਰੀਜ਼ ਕਿਤਾਬਾਂ ਨਾਲ ਜਿਹੜੀ ਜੁੜੀਆਂ ਹੋਈਆਂ ਸੀ ਸਾਰੀਆਂ ਉਸ ਨੂੰ ਯਾਦ ਆ ਜਾਂਦੀਆਂ ਨੇ ਜਦੋਂ ਉਸ ਨੂੰ ਉਹ ਟੱਚ ਕਰਦਾ ਹੈ। ਕਿਹਨਾਂ ਨੂੰ? ਬੁੱਕਸ ਨੂੰ। ਸੈਕੰਡ ਹੈ ਬੇਟਾ, what do you think the poet will always get from his good companions? ਆਪਾਂ ਤੁਸੀਂ ਕੀ ਸੋਚਦੇ ਹੋ ਕਿ ਪੋਇਟ ਨੂੰ ਉਸ ਦੇ ਜਿਹੜੇ ਗੁੱਡ ਕੰਪੈਨੀਅਨਸ ਨੇ ਉਹ ਤੋਂ ਕੀ ਮਿਲਦਾ ਹੋਏਗਾ? ਇਹ ਪੋਇਮ ਹੈ ਤੁਹਾਡੀ ਵੀ ਹੂ ਲਵ ਬੁੱਕਸ, ਠੀਕ ਹੈ। ਆਨਸਰ ਹੈ, ਦ ਗੁੱਡ ਕੰਪੈਨੀਅਨਸ ਆਫ ਦ ਪੋਇਟ ਆਲਵੇਜ਼ ਗਿਵ ਹੈਪੀਨੈਸ, ਨਿਊ ਥਾਟਸ ਟੂ ਹਿਮ ਐਂਡ ਨਰਿਸ਼ਿਸ ਹਿਮ ਵਿਦਾਊਟ ਐਨੀ ਫੇਲ। ਤਾਂ ਜਿਹੜੇ ਗੁੱਡ ਕੰਪੈਨੀਅਨਸ ਨੇ ਉਹਦੀ ਬੁੱਕਸ ਨੇ ਜਿਹੜੀਆਂ ਪੋਇਟ ਦੀਆਂ ਉਹਨਾਂ ਨੇ ਉਸ ਨੂੰ ਹਮੇਸ਼ਾ ਹੀ ਹੈਪੀਨੈਸ ਦਿੱਤੀ ਹੈ, ਯਾਨੀ ਖੁਸ਼ੀ ਦਿੱਤੀ ਹੈ। ਨਿਊ ਥੋਟਸ ਟੂ ਹਿਮ, ਉਹਦੇ ਨਵੇਂ ਵਿਚਾਰ ਆਏ ਨੇ ਅਤੇ ਉਹਦੀ ਪਾਲਣ ਪੋਸ਼ਣ ਹੋਈ ਹੈ
पोइट दी विदाउट एनी फेल कि वो कदे फेल नहीं होया। तो इन्ना कुछ दिता है बुक्स ने उसनूं। वट काइंड ऑफ वैदर कंडीशनस डू द सोल्जरस हैव टू फेस। ये क्वेश्चन है बेटा कि जिहड़े साडे सिपाही ने उन्होंने किहो जिहियां कंडीशनस फेस करनियां पैंदियां ने। ये पोएम है अपनी माई डियर सोल्जरस विचों। तो आंसर है कि जिहड़े साडे सोल्जरस ने दे फेस स्कॉचिंग समरस एंड स्नोई विंटर्स, यानी कि उन्होंने तिखी धुप अते बर्फीलियां सर्दियों में रहना पैंदा है। दे फेस इत्थे मिसस्पेल्ड थोड़ा जिहा, दे फेस विंडी एंड रेनी सीजनस आल्सो। वो तेज़ हवावां अते मीह के सीजन का भी सामना करते हैं। कौन करते हैं? अवर सोल्जर्स, साडे सिपाही ने जिहड़े बॉर्डरां पर तैनात रहते हैं। वट डू द ग्रेट सन्स सैक्रीफाइस फॉर द नेशन। साडे जिहड़े ग्रेट सन्स ने सोल्जर्स ने वो नेशन लई अपने देश लिए की कुर्बान करते हैं। दीज ग्रेट सन्स सैक्रीफाइस देयर स्लीप फॉर प्रोटैक्टिंग द लाइव्स ऑफ द पीपल ऑफ आवर कंट्री। वो सैक्रीफाइस करते हैं अपनी नींद को, सैक्रीफाइस करते हैं किस लिए? साडियां जिंदगियां बचाने लई। जिहड़े अपने देश के लोग ने उन्होंने जिंदगियां बचाने लई वो अपनी नींद कुर्बान करते हैं। बाय स्टेइंग अवे फ्रॉम देयर फैमिलीज, अपने परिवार तो दूर रहंदे होए वो जागते हैं साडे वास्ते ते अपनी वो कुर्बानी करते हैं। राइट डाउन द मीनिंग्स ऑफ एनी टू वर्ड्स इन पंजाबी और हिंदी। तुम देख सकते हो लिख रखे इतने पंजाबी अपने फैमिलियर होंगे जान पछाण होना, जानू होना, रेफरेन होना बचना, डिफेंडर्स होंगे रक्षक जिवें साडे सोल्जर्स ने साडे डिफेंडर्स ने, ट्रेडिंग होंगे तुरना। ठीक है। फिल इन द ब्लैंक्स चूजिंग द करैक्ट वर्ड फ्रॉम द ब्रैकेट। द डैश फीबल आएगा इतने, फीबल ओल्ड मैन स्पोक इन अ वीक वॉइस। ठीक है। जो फिजिकली आप देखते होंगे उन्होंने फीबल बोलते हैं। वीक होंगे जो एबस्ट्रैक्ट होंगे कि जो नज़र नहीं आता उत्थे वीक आएगा। तो ये अपना तुम देख सकते हो। द डैश ऑफ आवर स्कूल इत्थे हैगा प्रिंसीपल, स्पैलिंग तुम नोट कर लो, लास्ट से PAL आएगा प्रिंसीपल। ऑफ आवर स्कूल इज़ ए मैन ऑफ प्रिंसीपल्स, यानी कि साडे स्कूल का जो प्रिंसीपल है वो एक सिद्धांतां वाला बंदा है। जिहड़े आ वाले बेटे स्पैलिंग ने PLES ये होंगे सिद्धांत, तो जो मुरे वाला होंगे ये होंगे प्रिंसीपल, ये एक नाउन है, पोस्ट है। फिल इन द ब्लैंक विद द प्रेजेंट कंटिन्यूस और प्रेजेंट सिंपल फॉर्म ऑफ वर्ब्स गिवन इन द ब्रैकेट। अपन की फिल करना है? या तो प्रेजेंट कंटिन्यूस यानी कि इज MR नाल ING वाली वर्ब नाल ING लगा होगा, या प्रेजेंट सिंपल या सिंपल फॉर्म यानी कि इनडेफिनिट फॉर्म। पहला देखो, सीमा इज़ अ वेजिटेरियन, शी नॉट ईट मीट, शी डज नॉट आएगा इतने। ठीक है। थर्ड पर्सन वाला की लगाना है S या ES, डज नॉट ईट मीट। ही ऑलवेज डैश माई मैरिज एनिवर्सरी, उसनूं हमेशा मेरी मैरिज एनिवर्सरी याद रहिंदी है। रिमैंबर्स थर्ड पर्सन ही नाल S या ES आएगा, तो इत्थे लिखेगा S रिमैंबर्स। फिल इन द ब्लैंक बाय कन्वर्टिंग द वर्ड्स गिवन इन द ब्रैकेट इनटू एडवर्ब्स। द चिल्ड्रन प्लेड, लास्ट है हैप्पी, यदा बन जाएगा हैप्पीली। द पुलिस ट्रीटेड अस वेरी डैश बैड, दा बन जाएगा बैडली। मैंशन वैदर द अंडरलाइन वर्ड्स इज एन एडजेक्टिव और एन एडवर्ब। तो ये देखो ये की है, शी लुक्स वेरी एलिजेंट इन सूट, दिस इज एन एडजेक्टिव। न्यूज़पेपर हेडलाइंस, PM लीव्स फॉर टेक्सास, यानी कि PM टेक्सास लिए रवाना हुए। तो एक्सप्लेनेशन की हुई, द प्राइम मिनिस्टर हैज़ लेफ्ट फॉर टेक्सास, प्राइम मिनिस्टर टेक्सास लिए रवाना हुए। अगे है सुनामी हिट्स जापान, जापान च सुनामी आई, तो एक्सप्लेन की होएगा। लास्ट नाइट सुनामी हिट जापान, देयर वाज ए ग्रेट लॉस ऑफ लाइफ एंड प्रॉपर्टी। पिछली रात नूं सुनामी आई जापान में, इस नाल बहुत सारे लाइफ का तो जमीन जायदाद का नुकसान होया। लैटर राइटिंग बेटा तुसीं लैटर की है, सपोज यू आर अर्नब, योर फ्रेंड निरंजन हैज़ मैट विद एन एक्सीडेंट, तुहाडे दोस्त निरंजन का एक्सीडेंट हो गया। राइट लैटर टू योर फ्रेंड टू इनक्वायर वॉट इज़ कंडीशन, अपने उस दोस्त नूं निरंजन नूं लैटर लिखो, पुछो कि उसकी हालत किस तरह है हुण। तो आ लैटर तुसीं देख सकते हो, आप इसनूं हुण एक्सप्लेन करते हैं। सब तो पहला तो आप उसका अपना एड्रैस लिख लेना, एड्रैस तुसीं देख सकते हो लिखा है। तो उस तो बाद देखो, उस तो बाद है
I have just came to know that you have met with an accident. ਮੈਨੂੰ ਹੁਣੇ ਪਤਾ ਲੱਗਿਆ ਕਿ ਤੁਹਾਡਾ ਐਕਸੀਡੈਂਟ ਹੋ ਗਿਆ ਹੈ. I was shocked to hear about your accident and came to know that you have fractured your ankle. ਮੈਨੂੰ ਇਹ ਸੁਣ ਕੇ ਬਹੁਤ ਸ਼ੌਕਿੰਗ ਲੱਗਿਆ, ਇਸ ਨੂੰ ਸ਼ੌਕਡ ਹੋਇਆ, ਮੈਂ ਹੈਰਾਨ ਹੋਇਆ ਅਤੇ ਤੁਹਾਡਾ ਐਕਸੀਡੈਂਟ ਬਾਰੇ ਸੁਣ ਕੇ ਅਤੇ ਪਤਾ ਲੱਗਿਆ ਕਿ ਤੁਹਾਡਾ ਐਂਕਲ ਯਾਨੀ ਕਿ ਜਿਹੜਾ ਗਿੱਟਾ ਹੁੰਦਾ ਉਸ 'ਤੇ ਫਰੈਕਚਰ ਹੋ ਗਿਆ ਹੈ. ਤਾਂ ਫਰੈਕਚਰ ਇਨ ਦਾ ਐਂਕਲ ਜਨਰਲੀ ਜਿਹੜਾ ਗਿੱਟੇ 'ਤੇ ਫਰੈਕਚਰ ਹੁੰਦਾ ਹੈ ਉਹ ਜਨਰਲੀ ਕੀ ਹੁੰਦਾ, ਟੇਕਸ 6 weeks ਟੂ ਹੀਲ. ਇਸ ਨੂੰ ਠੀਕ ਹੋਣ 'ਤੇ ਕਿੰਨਾ ਸਮਾਂ ਲੱਗ ਜਾਂਦਾ ਹੈ? ਇਸ ਨੂੰ ਠੀਕ ਹੋਣ 'ਤੇ 6 ਹਫ਼ਤੇ ਦਾ ਸਮਾਂ ਲੈਂਦਾ ਇਹ ਜਿਹੜਾ ਗਿੱਟੇ 'ਤੇ ਫਰੈਕਚਰ ਹੋ ਜੇ. ਸੋ ਬੀ ਵੈਰੀ ਕੇਅਰਫੁਲ ਵਿਦ ਯੂਰ ਫੁੱਟ. ਤਾਂ ਆਪਣੇ ਪੈਰ ਦਾ ਬਹੁਤ ਧਿਆਨ ਰੱਖੋ. ਯੂ ਮਸਟ ਟੇਕ ਡਾਈਟ ਫੁੱਲ ਆਫ ਕੈਲਸ਼ੀਅਮ ਐਜ਼ ਇਟ ਇਜ਼. ਤੁਸੀਂ ਕੈਲਸ਼ੀਅਮ ਨਾਲ ਭਰਪੂਰ ਡਾਈਟ ਲਿਓ ਕਿਉਂਕਿ ਇਟ ਇਜ਼ ਵੈਰੀ ਇੰਪੋਰਟੈਂਟ ਫॉर ਯੂ. ਤੁਹਾਡੇ ਲਈ ਇਹ ਬਹੁਤ ਜ਼ਰੂਰੀ ਹੈ. ਪਲੀਜ਼ ਬੀ ਵੈਰੀ ਰੈਗੂਲਰ ਵਿਦ ਯੂਰ ਮੈਡੀਸਿਨਸ. ਦਵਾਈਆਂ ਆਪਣੀਆਂ ਨਿਯਮਿਤ ਤੌਰ 'ਤੇ ਖਾਂਦੇ ਰਹੋ, ਰੈਗੂਲਰ ਤੌਰ 'ਤੇ ਖਾਂਦੇ ਰਹੋ. ਯੂ ਮਸਟ ਆਲਸੋ ਗੋ ਫॉर ਫਿਜ਼ੀਓਥੈਰੇਪੀ ਆਫਟਰ ਦਾ ਪਲਾਸਟਰ ਇਜ਼ ਰਿਮੂਵਡ. ਜਦੋਂ ਪਲਾਸਟਰ ਤੁਹਾਡਾ ਹਟਾ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਤੁਹਾਨੂੰ ਫਿਜ਼ੀਓਥੈਰੇਪੀ ਲਈ ਵੀ ਜਾਣਾ ਚਾਹੀਦਾ ਹੈ. ਇਟ ਇਜ਼ ਵੈਰੀ ਇੰਪੋਰਟੈਂਟ. ਇਹ ਬਹੁਤ ਜ਼ਰੂਰੀ ਹੈ. ਆਈ ਕੈਨ ਅੰਡਰਸਟੈਂਡ ਦਾ ਪੇਨ ਯੂ ਮਸਟ ਬੀ ਗੋਇੰਗ ਥਰੂ. ਮੈਂ ਉਹ ਪੇਨ ਸਮਝ ਸਕਦਾ ਹਾਂ ਜੋ ਤੁਹਾਨੂੰ ਹੋ ਰਿਹਾ ਹੈ. ਯੂ ਮਸਟ ਬੀ ਗੋਇੰਗ ਥਰੂ. ਜੋ ਤੁਹਾਨੂੰ ਪੇਨ ਹੋ ਰਿਹਾ ਹੈ ਮੈਂ ਉਸ ਨੂੰ ਸਮਝ ਸਕਦਾ ਹਾਂ. ਆਈ ਆਲਸੋ ਹੈਡ ਐਂਕਲ ਫਰੈਕਚਰ ਵੰਸ. ਮੇਰਾ ਵੀ ਇੱਕ ਵਾਰੀ ਐਂਕਲ ਗਿੱਟਾ ਫਰੈਕਚਰ ਹੋ ਗਿਆ ਸੀ. ਐਂਡ ਇਟ ਟੁੱਕ ਮੀ ਅ ਲੋਟ ਆਫ ਟਾਈਮ ਬਿਫੋਰ ਆਈ ਕੁਡ ਵਾਕ ਪ੍ਰੋਪਰਲੀ. ਤਾਂ ਇਸ ਨੂੰ ਬਹੁਤ ਸਮਾਂ ਲੱਗ ਗਿਆ ਸੀ. ਮੈਨੂੰ ਜੋ ਤੁਰਨਾ ਸ਼ੁਰੂ ਕੀਤਾ ਫਰੈਕਚਰ ਤੋਂ ਬਾਅਦ ਤਾਂ ਮੈਨੂੰ ਬਹੁਤ ਸਮਾਂ ਲੱਗ ਗਿਆ ਸੀ. ਤਾਂ ਟੇਕ ਕੇਅਰ ਐਂਡ ਬੀ ਵੈਰੀ ਕੇਅਰਫੁਲ ਅਬਾਊਟ ਯੂਰ ਹੈਲਥ. ਆਪਣਾ ਧਿਆਨ ਰੱਖੋ ਅਤੇ ਆਪਣੀ ਸਿਹਤ ਪ੍ਰਤੀ ਕੇਅਰਫੁਲ ਰਹੋ. ਯੂ ਸਿੰਸੀਅਰਲੀ ਅਰਨਬ. ਤੁਹਾਡਾ ਦੋਸਤ ਅਰਨਬ. ਠੀਕ ਹੈ ਬੇਟਾ, ਇਸ ਤਰੀਕੇ ਨਾਲ ਤੁਸੀਂ ਇਸਨੂੰ ਕਰਨਾ ਹੈ. ਨਾਮ ਤੁਸੀਂ ਚੇਂਜ ਕਰ ਸਕਦੇ ਹੋ ਆਪਣਾ. ਤਾਂ ਇਹ ਸੀ ਆਪਣਾ ਰਿਵੀਜ਼ਨ ਟੈਸਟ ਦਾ ਐਕਸਪਲੇਨੇਸ਼ਨ. ਤਾਂ ਮਿਲਦੇ ਹਾਂ ਨੈਕਸਟ ਵੀਡੀਓ. ਟਿਲ ਦੈਨ ਸੀ ਯੂ, ਟੇਕ ਕੇਅਰ, ਬਾਏ. ਹੈਲੋ ਡੀਅਰ ਸਟੂਡੈਂਟਸ, ਵੈਲਕਮ ਟੂ ਆਲ. ਅਤੇ ਆਪਾਂ ਬੇਟਾ ਵੀਕਲੀ ਟੈਸਟ ਜੋ ਹੈ ਹਰ ਮੰਡੇ ਆਉਂਦੇ ਨੇ ਉਸ ਨੂੰ ਸੋਲਵ ਕਰਦੇ ਹਾਂ. ਅਤੇ ਇਹ ਆਪਣਾ ਲਾਸਟ ਵੀਕਲੀ ਟੈਸਟ ਹੈ ਜੋ ਕਿ 5th ਵੀਕਲੀ ਟੈਸਟ ਯੂ ਕੈਨ ਸੀ ਫॉर ਕਲਾਸ 8 ਜੋ ਹਰ ਮੰਡੇ ਨੂੰ ਹੁੰਦਾ ਹੈ. ਤਾਂ ਇਹ ਹੈ 4th April ਦਾ. ਠੀਕ ਹੈ, ਤੁਸੀਂ ਇਸ ਨੂੰ ਵੀ ਇੱਕ ਵਾਰੀ ਚੰਗੀ ਤਰ੍ਹਾਂ ਕਰ ਲਓ ਤਾਂ ਜੋ ਆਪਣਾ ਪਰਸੋਂ ਨੂੰ 10th ਨੂੰ ਐਗਜ਼ਾਮ ਹੈ ਤੁਹਾਨੂੰ ਇਸ ਵਿੱਚ ਹੈਲਪ ਮਿਲ ਸਕੇ. ਤਾਂ ਸਭ ਤੋਂ ਪਹਿਲਾਂ ਕੁਐਸਚਨ ਦੇਖੋ ਤੁਸੀਂ. ਹੂ ਅਕੰਪਨੀਡ ਮਾਰਕੋ ਪੋਲੋ ਡਿਊਰਿੰਗ ਹਿਜ਼ ਵਿਜ਼ਿਟਸ. ਮਾਰਕੋ ਪੋਲੋ ਨੇ ਜਿਹੜੀਆਂ ਵਿਜ਼ਿਟਸ ਕੀਤੀਆਂ, ਯਾਤਰਾਵਾਂ ਕੀਤੀਆਂ, ਉਸ ਵਿੱਚ ਉਹਦੇ ਨਾਲ ਕੌਣ ਸੀ? ਤਾਂ ਤੁਸੀਂ ਦੇਖ ਸਕਦੇ ਹੋ. ਹਿਜ਼ ਫਾਦਰ ਨਿਕੋਲੋ ਐਂਡ ਹਿਜ਼ ਅੰਕਲ ਮੈਫਿਓ ਅਕੰਪਨੀਡ ਹਿਮ. ਤਾਂ ਉਹਦੇ ਪਾਪਾ ਨਿਕੋਲੋ ਸੀ ਅਤੇ ਉਹਦੇ ਚਾਚਾ ਅੰਕਲ ਮੈਫਲੋ ਉਹਦੇ ਨਾਲ ਸੀਗੇ. ਕਦੋਂ? ਜਦੋਂ ਉਹ ਵਿਜ਼ਿਟ ਕਰਦਾ ਸੀ. ਵਾਈ ਡਿਡ ਮਾਰਕੋ ਪੋਲੋ ਵਿਜ਼ਿਟ ਸੋ ਮੈਨੀ ਸਿਟੀਜ਼. ਮਾਰਕੋ ਪੋਲੋ ਅਲੱਗ-ਅਲੱਗ ਬਹੁਤ ਸਾਰੀਆਂ ਜਗ੍ਹਾ 'ਤੇ ਸਿਟੀ ਵਿੱਚ, ਸ਼ਹਿਰਾਂ ਵਿੱਚ ਕਿਉਂ ਗਿਆ? ਹੀ ਵਾਂਟਡ ਟੂ ਨੋ ਅਬਾਊਟ ਡਿਫਰੈਂਟ ਪਲੇਸਿਸ ਐਂਡ ਪੀਪਲ. ਉਹ ਇਸ ਕਰਕੇ ਗਿਆ ਕਿਉਂਕਿ ਉਹ ਅਲੱਗ-ਅਲੱਗ ਜਗ੍ਹਾ ਨੂੰ ਅਤੇ ਲੋਕਾਂ ਨੂੰ ਜਾਣਨਾ ਚਾਹੁੰਦਾ ਸੀ. ਇਸ ਕਰਕੇ ਉਹ ਅਲੱਗ-ਅਲੱਗ ਸਿਟੀਜ਼ ਵਿੱਚ ਗਿਆ. ਠੀਕ ਹੈ ਜੀ. ਰਾਈਟ ਡਾਊਨ ਦਾ ਮੀਨਿੰਗ ਆਫ ਐਨੀ ਟੂ ਵਰਡਸ ਇਨ ਪੰਜਾਬੀ ਔਰ ਹਿੰਦੀ. ਤੁਸੀਂ ਦੇਖ ਸਕਦੇ ਹੋ ਇਹ ਤੁਸੀਂ ਪਹਿਲਾਂ ਕੀਤੇ ਹੋਏ ਨੇ. ਮਰਚੈਂਟ ਹੁੰਦਾ ਬੇਟਾ ਵਪਾਰੀ, ਐਕਸਪਲੋਰਰ ਹੁੰਦਾ ਖੋਜੀ, ਖੋਜ ਕਰਨ ਵਾਲਾ, ਟਰੈਵਲ ਹੁੰਦਾ ਯਾਤਰਾ ਕਰਨੀ, ਅਤੇ ਸਪਾਈ ਹੁੰਦਾ ਜਾਸੂਸ. ਫਿਲ ਇਨ ਦਾ ਬਲੈਂਕਸ ਵਿਦ ਕਰੈਕਟ ਆਨਸਰਸ. ਮਾਰਕੋ ਪੋਲੋ ਸੈਟ ਆਊਟ ਆਫ ਹਿਜ਼ ਫਸਟ ਵੋਏਜ ਐਟ ਦਾ ਏਜ ਆਫ. ਯਾਨੀ ਕਿ ਮਾਰਕੋ ਪੋਲੋ ਨੇ ਆਪਣੀ ਪਹਿਲੀ ਯਾਤਰਾ ਜਿਹੜੀ ਹੈ ਸਮੁੰਦਰੀ ਯਾਤਰਾ ਕਦੋਂ ਸ਼ੁਰੂ ਕੀਤੀ? ਉਹਦੀ ਉਮਰ ਸੀ ਉਦੋਂ 17 ਸਾਲ, ਮੀਨਸ ਐਟ ਦਾ ਏਜ ਆਫ 17. ਮਾਰਕੋ ਪੋਲੋ ਵਿਜ਼ਿਟਡ ਦਾ ਹੋਲੀ ਸਿਟੀ ਆਫ. ਉਹ ਹੋਲੀ ਸਿਟੀ ਗਿਆ ਜੈਰੂਸਲਮ. ਦੈਨ ਮਾਰਕੋ ਪੋਲੋ ਵਾਜ਼ ਰਿਲੀਜ਼ਡ ਫਰੋਮ ਦਾ ਪ੍ਰਿਜ਼ਨ ਇਨ. ਉਸ ਨੂੰ ਜੇਲ੍ਹ ਵਿੱਚੋਂ ਕਦੋਂ ਰਿਲੀਜ਼ ਕੀਤਾ ਗਿਆ? ਇਟ ਵਾਜ਼ ਇਨ 1299. ਮੇਕ ਸੈਂਟੈਂਸਿਸ ਆਫ ਐਨੀ ਟੂ ਵਰਡਸ. ਫਸਟ ਵਰਡ ਹੈ ਬੇਟਾ ਟਰੈਵਲਡ, ਯਾਨੀ ਕਿ ਯਾਤਰਾ ਕੀਤੀ. ਇਸ ਦਾ ਆਪਾਂ ਬਣਾਇਆ ਇੱਥੇ ਦੇਖੋ. ਵੀ ਟਰੈਵਲਡ ਡੇ ਐਂਡ ਨਾਈਟ ਵਿਦਾਊਟ ਸਟੋਪਿੰਗ. ਅਸੀਂ ਬਿਨਾਂ ਰੁਕੇ ਦਿਨ ਰਾਤ ਯਾਤਰਾ ਕੀਤੀ. ਠੀਕ ਹੈ. ਨੈਕਸਟ ਹੈ ਫੈਸੀਨੇਟਡ. ਆਈ ਵਾਜ਼ ਫੈਸੀਨੇਟਡ ਬਾਈ ਹਰ ਵੌਇਸ. ਮੈਂ ਉਸਦੀ ਆਵਾਜ਼ ਨਾਲ ਫੈਸੀਨੇਟ ਹੋ ਗਿਆ, ਮੋਹਿਤ ਹੋ ਗਿਆ. ਦੈਨ ਥਰਡ ਇਜ਼ ਜਰਨੀ. ਜਰਨੀ ਯੂ ਕੈਨ ਮੇਕ ਆਲਸੋ ਵੈਰੀ ਈਜ਼ੀ ਸੈਂਟੈਂਸਿਸ. ਦਾ ਲੌਂਗੈਸਟ ਜਰਨੀ ਸਟਾਰਟਸ ਵਿਦ ਅ ਸਿੰਗਲ ਸਟੈਪ. ਲੰਬੀ ਤੋਂ ਲੰਬੀ ਯਾਤਰਾ ਇੱਕ ਸਿੰਗਲ ਸਟੈਪ ਨਾਲ ਸ਼ੁਰੂ ਹੁੰਦੀ ਹੈ. ਨੈਕਸਟ ਹੈ ਵੈਲਦੀ. ਹੀ ਕਮਸ ਫਰੋਮ ਅ ਵੈਲਦੀ ਫੈਮਿਲੀ.
ਉਹ ਇੱਕ ਅਮੀਰ ਪਰਿਵਾਰ ਵਿੱਚੋਂ ਆਉਂਦਾ ਹੈ। ਵੈਲਦੀ ਹੁੰਦਾ ਹੈ ਅਮੀਰ, ਧਨਵਾਨ। ਨੈਕਸਟ ਹੈ ਬੇਟਾ, ਚੇਂਜ ਦਾ ਵੋਇਸ ਆਫ ਦਾ ਫੋਲੋਇੰਗ ਸੈਂਟੈਂਸਿਸ। ਵੋਇਸ ਚੇਂਜ ਕਰਨੇ ਨੇ। ਏ, ਵੀ ਆਰ ਹੈਲਪਿੰਗ ਦਾ ਪੂਅਰ। ਤੁਹਾਨੂੰ ਪਤਾ ਹੈ ਵੋਇਸ ਚੇਂਜ ਕਰਦੇ ਦਾ ਕੀ ਹੁੰਦਾ ਹੈ, ਤਾਂ ਜਿਹੜੇ ਆਬਜੈਕਟ ਹੁੰਦੇ ਨੇ, ਆਬਜੈਕਟ ਹੁੰਦਾ ਜਿਹੜਾ ਉਹ ਦਾ ਪੂਅਰ, ਪੂਅਰ ਅੱਗੇ ਆਏਗਾ। ਦਾ ਪੂਅਰ ਵਰ ਬੀਂਗ ਹੈਲਪਡ ਬਾਈ ਅਸ। ਠੀਕ ਹੈ ਜੀ। ਨੈਕਸਟ ਹੈ, ਸ਼ੀ ਪਲੇਜ਼ ਚੈਸ। ਇਟ ਇਜ਼ ਪ੍ਰੈਜੈਂਟ ਇੰਡੈਫਿਨਿਟ ਟੈਂਸ, ਸੋ ਚੈਸ ਇਜ਼ ਇੱਥੇ ਆਏਗਾ ਇਜ਼ played by her. Okay. Next, translate any two of the following sentences into English. English बनानी अपने। कि हुण मैं जा सकता हाँ। May I go now? क्योंकि इतने परमिशन ਲਈ है तो आप यूज़ करांगे may। कि वो तैर सकती है, इतने एबिलिटी है तो आएगा can। Can she swim? कि वो तैर सकती है। मैनू हुण सौना चाहिए है, I should sleep now। या I should go to bed now। मैनू सोना चाहिए है। ट्रांसलेट एनी टू ऑफ द फॉलोइंग सेंटेंसेस इनटू हिंदी और पंजाबी। मे आई कम इन। कि मैं अंदर आ सकता हाँ। वैल डन, वधिया कीता या बहुत वधिया। वर्क हार्ड लेस्ट यू शुड फेल। वर्क हार्ड, सख्त मेहनत करो। लेस्ट, लेस्ट होंदा अजिहा ना होवे। यू शुड फेल, कि तुसी फेल हो जाओ। ठीक है, तुसी इसका स्क्रीनशॉट कर लो। तो वीडियो जगह लंबी बन जाए तो इसनों तुसी स्पीड तेज करके भी अपना टाइम सेव कर सकते हो बेटा। तो नैक्सट है डायलॉग। तो डायलॉग तुसी यू कैन डू योरसैल्फ, क्योंकि डायलॉग ਅਤੇ ਹੈਡਲਾਈਨਸ ਵਿੱਚੋਂ ਆਪਾਂ ਜੋ ਈਜ਼ੀ ਪ੍ਰੋਸੈਸ ਹੈ ਉਹ ਆਪਾਂ ਹੈਡਲਾਈਨਸ ਕੀਤਾ। ਹੈਡਲਾਈਨਸ 3 ਨੰਬਰ ਦਾ ਯੂ ਕੈਨ ਸੀ, डायलॉग 3 ਨੰਬਰ ਦਾ ਤੇ ਹੈਡਲਾਈਨਸ ਵਿੱਚ ਆਪਸ਼ਨ ਆਏਗੀ। ਤਾਂ ਆਈ ਪ੍ਰੈਫਰ ਫॉर ਹੈਡਲਾਈਨਸ ਨਾ, ਬਾਕੀ ਤੁਹਾਡੀ ਮਰਜ਼ੀ। Write a letter to your cousin to tell him about the mobile phone that you are going to buy of 5 marks। ਸਭ ਤੋਂ ਲਾਸਟ ਤੁਸੀਂ ਦੇਖ ਸਕਦੇ ਹੋ ਕਿ ਕਜ਼ਨ ਨੂੰ ਇੱਕ ਲੈਟਰ ਲਿਖੋ ਕਿ ਜਿਹੜਾ ਉਹ ਫੋਨ ਬਾਰੇ ਜਿਹੜਾ ਤੁਸੀਂ ਲੈਣ ਜਾ ਰਹੇ ਹੋ। ਠੀਕ ਹੈ, ਤਾਂ ਦੇਖੋ ਹੁਣ ਆਪਾਂ ਲੈਟਰ ਨੂੰ ਅੰਡਰਸਟੈਂਡ ਕਰਦੇ ਹਾਂ। ਇਹ ਆਪਣਾ ਆਪਣੇ ਕਜ਼ਨ ਨੂੰ ਲੈਟਰ ਲਿਖਣਾ ਹੈ, ਉਸ ਦੱਸਣਾ ਜਿਹੜਾ ਤੁਸੀਂ ਨਵਾਂ ਫੋਨ ਲੈਣ ਜਾ ਰਹੇ ਹੋ ਉਹਦੇ ਬਾਰੇ ਤੁਸੀਂ ਡਿਟੇਲ ਦੱਸਣੀ ਹੈ ਆਪਣੇ ਕਜ਼ਨ ਨੂੰ। ਤਾਂ ਸਭ ਤੋਂ ਉੱਪਰ ਤੁਹਾਡਾ ਐਡਰੈਸ ਆ ਗਿਆ, ਉਸ ਤੋਂ ਬਾਅਦ ਡੇਟ ਆ ਜਾਏਗੀ ਤੁਹਾਡੀ ਇੱਥੇ ਜੋ ਵੀ ਤੁਸੀਂ ਮਤਲਬ ਸਪੋਜ਼ ਤੁਹਾਡਾ ਪੇਪਰ ਹੈ 11 ਅਪ੍ਰੈਲ ਨੂੰ, ਤੁਸੀਂ ਲਿਖੋਗੇ April 11, 2022। ठीक है, माई डियर कज़न सेम आएगा। नैक्सट, आई होप यू आर फाइन। मैनू उम्मीद है तुसीं ठीक होवोगे। आई जस्ट वॉन्टेड टू टैल यू अबाउट मोबाइल फोन डैट आई एम बाइंग। मैं सिर्फ तुहानू दसन जा रहा कि उस फोन बारे दसन जा रहा जिहड़ा मैं लैना है। आई एम प्लानिंग टू बाय अ ब्रांडेड मोबाइल विच कॉस्ट बिटवीन ₹7,000 एंड ₹10,000। कि मैं विचार कर रहा प्लान कर रहा की प्लान कर रहा एक ब्रांडेड मोबाइल फोन लैन वास्ते मैं सोच रहा हाँ, विचार कर रहा जिहदी कीमत 7,000 तो लैके 10,000 दे विच होवेगी। ठीक है, तुसीं इहदा स्क्रीनशॉट लै सकदे हो। इसनूं आपां थोड़ा छोटा कर दिंदे हां। इसनूं स्क्रीनशॉट लै लो तो इसनूं तुसीं रिवाइज कर लो। तो वीडियो जगह लंबी है तो इसनूं तुसीं फास्ट करके भी देख सकते हो। नैक्सट है बेटा, सिंस स्कूल्स हैव स्विच्ड टू ऑनलाइन मोड ऑफ क्लासिस फॉर टीचिंग। क्योंकि स्कूल्स ਜਿਹੜੇ ਨੇ ਸਕੂਲ ਵੱਲੋਂ ਜਿਹੜੇ ਕਲਾਸਿਸ ਨੇ ਉਹ ਆਨਲਾਈਨ ਲਈਆਂ ਜਾ ਰਹੀਆਂ ਨੇ, ਉਹਨਾਂ ਨੇ ਸਵਿਚ ਕਰਤਾ, ਮਤਲਬ ਆਫਲਾਈਨ ਮੋਡ ਤੋਂ ਆਨਲਾਈਨ ਮੋਡ ਕਰਤਾ। ਬਿਕੋਜ਼ ਯੂ ਨੋ ਨਾ ਪੀਰੀਅਡ ਆਫ COVID-19 ਤਾਂ ਸਾਰੀ ਕਲਾਸਿਸ ਆਨਲਾਈਨ ਲੱਗਦੀਆਂ ਨੇ। ਆਈ ਪ੍ਰੈਫਰ ਅ ਫਲੈਗਸ਼ਿਪ ਮੋਬਾਈਲ। ਤਾਂ ਹੁਣ ਮੈਂ ਪ੍ਰੈਫਰ ਕੀ ਕਰਦਾ, ਮੈਂ ਮੋਬਾਈਲ ਲੈਣਾ ਪ੍ਰੈਫਰ ਕਰਦਾ। ਫਲੈਗਸ਼ਿਪ ਮੋਬਾਈਲ ਕੀ ਹੁੰਦਾ ਬੇਟਾ? ਫਲੈਗਸ਼ਿਪ ਮੋਬਾਈਲ ਹੁੰਦਾ उस लाइन में सब तो वधिया टैक्नोलॉजी वाली चीज़ किसी भी लाइन में फ्लैगशिप। ठीक है, तो मोबाइल की आ जाएगा ये कि सब तो वधिया लेटेस्ट टैक्नोलॉजी वाला मोबाइल मैं प्रैफर कर रहा जोड़ा एंड अप टू डेट हो। तो उस तो बाद है इट विल हैल्प मी टू एक्सैस द टैक्नोलॉजी टू द फुलैसट। इस नाल मैनू टैक्नोलॉजी नू एक्सैस करने विच पूरी हैल्प होगी। टैक्नोलॉजी का यूज़ मैं बहुत वधिया तरीके नाल कर सकदा। आई विल सेंड यू द पिक्चर्स ऑफ माई मोबाइल वंस आई बॉट इट। जब मैं मोबाइल लै लिया खरीद लिया तो मैं तुहानूं उसदियां पिक्चर्स सेंड कर देवांगा। आई होप टू मीट यू इन परसन वेरी सुन। मैं तुहानूं छेती ही मिलांगा। यूअर्स लविंगली तुहाडा प्यारा। तो नीचे तुसीं अपना नाम लिख सकते हो बेटा। तो यह हो गई अपनी एक्सप्लेनेशन ऑफ द
letter you are going to write to your cousin about the mobile phone you are going to purchase. ਓਕੇ, ਤੇ ਬਾਕੀ ਜਿਹੜੇ 4 ਟੈਸਟ ਨੇ ਉਹਦੀਆਂ ਵੀਡੀਓਜ਼ ਵੀ ਆਪਣੀਆਂ ਅਲੱਗ-ਅਲੱਗ ਵੀ ਪਈਆਂ ਨੇ, ਤੇ ਅੱਜ ਇੱਕ ਵੀਡੀਓ ਹੋਰ ਆ ਜਾਏਗੀ ਜਿਸ 'ਚ 5 ਟੈਸਟਾਂ ਦਾ ਇੱਕ ਕੰਬਾਈਨਡ ਵੀਡੀਓ ਤਿਆਰ ਕੀਤੀ ਗਈ ਹੈ ਤੁਹਾਡੇ ਸਹੂਲਤ ਵਾਸਤੇ। ਤੁਸੀਂ ਉਸ ਨੂੰ ਗੋ ਥਰੂ ਕਰ ਲਿਓ, ਹੈ ਨਾ। 1x 2x 'ਤੇ ਜਾ ਕੇ ਤੁਸੀਂ ਵੀਡੀਓ ਦੇਖਿਓ, ਥੋੜ੍ਹਾ ਟਾਈਮ ਸੇਵਿੰਗ ਹੋਏਗਾ, ਪਰ ਉਸ ਨੂੰ ਦੇਖ ਜ਼ਰੂਰ ਲਿਓ ਬੇਟਾ, ਠੀਕ ਹੈ। ਇਟ ਵਿਲ ਆਲਸੋ ਹੈਲਪ ਯੂ ਟੂ ਫੈਚ ਯੂ ਗੁੱਡ ਮਾਰਕਸ ਐਂਡ ਮਿਕਸ ਯੂ ਮੀਟ ਯੂ ਨੈਕਸਟ ਵੀਡੀਓ। ਟਿਲ ਦੈਨ ਸੀ ਯੂ, ਟੇਕ ਕੇਅਰ, ਬਾਏ।